ਗੁੱਡ ਮਾਰਨਿੰਗ ਆਲ। ਬੇਟੇ ਅਸੀਂ ਕਰ ਰਹੇ ਸੀਗੇ ਟੀਚਿੰਗ ਫਾਰ ਅਕੈਡਮਿਕ ਲਰਨਿੰਗ, ਜਿਹਦੇ ਵਿੱਚ ਤੁਹਾਨੂੰ ਜਿਹੜੇ ਟੌਪਿਕਸ ਹੈਗੇ ਨੇ ਉਹ ਹੈਗੇ ਨੇ objectives, flexible and creative planning, using taxonomies, planning for a constructive perspective, integrated and thematic planning। ਅੱਜ ਅਸੀਂ ਕਰਾਂਗੇ ਉਹਦੇ ਵਿੱਚੋਂ ਪਲੈਨਿੰਗ ਟੀਚਿੰਗ ਫਾਰ ਕੰਸਟਰਕਟਿਵ ਪ੍ਰੋਸਪੈਕਟਿਵ। ਮਤਲਬ ਅਸੀਂ ਅੱਜ ਪੜ੍ਹਾਂਗੇ ਕਿ ਜਿਹੜੀ ਟੀਚਿੰਗ ਹੈ ਉਹਦੀ ਸੰਰਚਨਾ ਦਾ ਜਿਹੜਾ ਉਸਾਰੂ ਪਰਿਪੇਖ ਹੈ ਉਹਦੇ ਲਈ ਟੀਚਰ ਕਿਵੇਂ ਚੰਗੀ ਯੋਜਨਾ ਬਣਾ ਸਕਦਾ। ਦੇਖੋ, ਜਮਾਤ ਦੇ ਕਮਰੇ ਦੇ ਵਿੱਚ ਅਸੀਂ ਕੁਛ ਟੀਚੇ ਮਿੱਥੇ ਹੁੰਦੇ ਨੇ ਜਿਨ੍ਹਾਂ ਨੂੰ ਅਚੀਵ ਕਰਨ ਦੇ ਲਈ ਅਸੀਂ ਕੁਛ ਪਲਾਨ ਕਰਦੇ ਹਾਂ ਅਤੇ ਕੁਛ ਮਤਲਬ ਅਸੀਂ ਸਟੈਪਸ ਬਣਾਉਣੇ ਵੀ ਪਹਿਲਾਂ ਆਪਾਂ ਇਹ ਕਰਾਉਣਾ ਫਿਰ ਇਹ ਕਰਾਉਣਾ, ਉਹਨੂੰ ਕਹਿੰਦੇ ਨੇ ਪਲੈਨਿੰਗ। ਸਿੱਖਿਆ ਦੇ ਵਿੱਚ ਸਿੱਖਣ ਉਦੇਸ਼ਾਂ ਨੂੰ ਪ੍ਰਾਪਤ ਕੀਤੇ ਜਾਣ ਵਾਲੇ ਕੰਮ ਨੂੰ ਕੁਛ ਨਿਸ਼ਚਿਤ ਤਰਤੀਬਵਾਰ ਕਦਮਾਂ ਦੇ ਵਿੱਚ ਤਿਆਰ ਕਰਨਾ ਹੀ ਯੋਜਨਾ ਹੈਗੀ ਹੈ। ਸਟੈਪਸ ਬਣਾਉਣੇ ਹੀ ਯੋਜਨਾ ਹੈਗੀ ਹੈ। ਪ੍ਰਭਾਵਸ਼ਾਲੀ ਰੂਪ ਦੇ ਨਾਲ ਯੋਜਨਾ ਬਣਾਉਣਾ ਹਰੇਕ ਅਧਿਆਪਕ ਦੀ ਚੁਣੌਤੀ ਹੁੰਦਾ ਹੈ। ਮਨੋਵਿਗਿਆਨ ਦੇ ਵਿੱਚ ਬਹੁਤ ਸਾਰੀਆਂ ਪਹੁੰਚਾਂ ਨੇ ਜਿਹੜੀਆਂ ਕਿ ਅਸੀਂ ਪਹਿਲਾਂ ਕਰ ਚੁੱਕੇ ਹਾਂ, ਜਿਵੇਂ ਵਿਵਹਾਰਵਾਦ, ਗਿਆਨਾਤਮਕਵਾਦ ਅਤੇ ਰਚਨਾਤਮਕਵਾਦ, ਜਿਹੜੀਆਂ ਅਧਿਆਪਕਾਂ ਦੀ ਪ੍ਰਭਾਵਸ਼ਾਲੀ ਯੋਜਨਾ ਬਣਾਉਣ ਦੇ ਵਿੱਚ ਮਦਦ ਕਰਦੀਆਂ ਨੇ। ਚੰਗੀਆਂ ਪਹੁੰਚਾਂ ਦੀ ਚੋਣ ਟੀਚੇ ਦੀ ਪ੍ਰਾਪਤੀ ਲਈ ਜ਼ਰੂਰੀ ਸਮੇਂ ਅਤੇ ਪ੍ਰਯਤਨਾਂ ਨੂੰ ਘਟਾ ਦਿੰਦੀ ਹੈ। ਯੋਜਨਾ ਬਣਾਉਣਾ ਇੱਕ ਨਕਸ਼ੇ ਬਣਾਉਣ ਦੀ ਤਰ੍ਹਾਂ ਹੈ। ਰਚਨਾਤਮਕਵਾਦ ਮਨੋਵਿਗਿਆਨ ਅਤੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਪਹੁੰਚ ਹੈ, ਜਿਹੜੀ ਕਿ ਪ੍ਰਤੱਖਣ ਸਿੱਖਣ ਵੱਲ ਧਿਆਨ ਦੇਣਾ, ਸੋਚਣਾ, ਬੱਚੇ ਦਾ ਚਿੰਤਨ ਕਰਨਾ, ਉਹਦਾ ਪੂਰਵ ਅਨੁਭਵ, ਉਹਦੇ ਆਪਣੇ ਵਿਚਾਰਾਂ ਅਤੇ ਸਿੱਖਣ ਸਥਿਤੀਆਂ ਵਿੱਚ ਤਾਲਮੇਲ, ਏਕੀਕ੍ਰਿਤ ਕਰਨ ਦੀ ਗਿਆਨਾਤਮਕ ਅਵਸਥਾ ਅਤੇ ਗਿਆਨ ਧਾਰਨ ਕਰਨਾ ਆਦਿ ਗਿਆਨਾਤਮਕ ਯੋਗਤਾਵਾਂ ਉੱਪਰ ਜ਼ਿਆਦਾ ਜ਼ੋਰ ਦਿੰਦੀ ਹੈ। ਰਚਨਾਤਮਕਵਾਦ ਜਿਹੜਾ ਹੈ ਉਹਦੀਆਂ ਵਿਸ਼ੇਸ਼ਤਾਵਾਂ ਵਿਵਹਾਰਵਾਦ, ਗਿਆਨਾਤਮਕਵਾਦ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਨੇ। ਜੇ ਅਸੀਂ ਰਚਨਾਤਮਕਵਾਦ ਮਤਲਬ ਕ੍ਰੀਏਟੀਵਿਟੀ ਜਿਹਦੇ ਵਿੱਚ ਸ਼ਾਮਲ ਹੈ, ਸਿੱਖਿਆਰਥੀ ਦੁਆਰਾ ਗਿਆਨ ਦੀ ਰਚਨਾ ਕਰਨ ਲਈ ਉਹਦੀ ਕਿਰਿਆਸ਼ੀਲ ਭੂਮਿਕਾ 'ਤੇ ਜ਼ੋਰ ਦਿੰਦਾ ਉਹ, ਜਿਹਦੇ ਲਈ ਉਹਨੂੰ ਮੌਜੂਦਾ ਵਾਤਾਵਰਨ ਨੂੰ ਸਮਝਣ ਦੇ ਨਾਲ ਨਾਲ ਅੰਤਰ ਕਿਰਿਆ ਕਰਨੀ ਚਾਹੀਦੀ ਹੈ। ਰਚਨਾਤਮਕਵਾਦੀ ਪਹੁੰਚ ਦੇ ਅਨੁਸਾਰ ਜਮਾਤ ਦੇ ਲਈ ਯੋਜਨਾ ਬਣਾਉਂਦੇ ਸਮੇਂ ਅਧਿਆਪਕ ਮੰਨਦੇ ਹਨ ਕਿ ਸਾਰਾ ਗਿਆਨ ਸਿੱਖਿਆਰਥੀਆਂ ਦੇ ਪੂਰਵ ਗਿਆਨ ਤੋਂ ਹੀ ਰਚਿਆ ਜਾਂਦਾ ਹੈ ਕਿ ਉਹਨਾਂ ਨੂੰ ਪਹਿਲਾਂ ਉਹਦੇ ਬਾਰੇ ਕਿੰਨੀ ਕੁ ਨੌਲੇਜ ਹੈ। ਅਧਿਆਪਕ ਸਿੱਖਿਆਰਥੀ ਨੂੰ ਜਾਣਕਾਰੀ ਪ੍ਰਤੀ ਸੁਸਤ ਪ੍ਰਾਪਤਕਰਤਾ ਤੋਂ ਬਦਲ ਕੇ ਸਿੱਖਣ ਪ੍ਰਕਿਰਿਆ ਵਿੱਚ ਉਹਦੀ ਕਿਰਿਆਸ਼ੀਲ ਭੂਮਿਕਾ ਵੱਲ ਧਿਆਨ ਕੇਂਦਰਿਤ ਕਰਦਾ ਹੈ। ਸੰਰਚਨਾਵਾਦੀ ਜਮਾਤ ਯੋਜਨਾ ਸਮੇਂ ਅਧਿਆਪਕ ਪ੍ਰਭਾਵਸ਼ਾਲੀ ਅਤੇ ਗਤੀਸ਼ੀਲ ਸਿੱਖਣ ਅਤੇ ਆਗਮਨ ਸੋਚ ਅਤੇ ਖੋਜ ਵਿਧੀ ਦੀ ਸਹੂਲਤ ਦਿੰਦੇ ਹੋਏ ਕਦਮ ਚੁੱਕਦੇ ਨੇ। ਸੰਰਚਨਾਵਾਦੀ ਸਿੱਖਣ ਦੇ ਲਈ ਦਲੀਲ ਦਿੰਦੇ ਨੇ ਕਿ ਵਿਅਕਤੀ ਆਪਣੇ ਅਨੁਭਵ ਦੇ ਆਧਾਰ ਦੇ ਉੱਤੇ ਗਿਆਨ ਨੂੰ ਪੈਦਾ ਕਰਦਾ ਅਤੇ ਅਰਥ ਦਿੰਦਾ। ਰਚਨਾਤਮਕਵਾਦੀ ਸਿਧਾਂਤ ਦੇ ਦੋ ਮੁੱਖ ਸੰਕਲਪ ਨੇ ਜਿਹੜੇ ਕਿਸੇ ਵਿਅਕਤੀ ਵਿੱਚ ਨਵੇਂ ਗਿਆਨ ਦੀ ਉਸਾਰੀ ਨੂੰ ਬਣਾਉਂਦੇ ਜਾਂ ਪੈਦਾ ਕਰਦੇ ਨੇ। ਵਿਅਕਤੀ ਦੁਆਰਾ ਆਪਣੇ ਪੂਰਵ ਅਨੁਭਵਾਂ ਦੇ ਵਿੱਚ ਨਵੇਂ ਅਨੁਭਵਾਂ ਨੂੰ ਮਿਲਾਉਣਾ ਹੀ ਆਤਮਸਥੀਕਰਨ ਹੁੰਦਾ। ਇਹ ਵਿਅਕਤੀ ਵਿੱਚ ਕਿਸੇ ਸੰਕਲਪ ਦੇ ਨਵੇਂ ਦ੍ਰਿਸ਼ਟੀਕੋਣ ਦੇ ਵਿਕਾਸ ਦਾ ਕਾਰਨ ਬਣਦਾ। ਮੇਲ ਮਿਲਾਪ ਤੋਂ ਭਾਵ ਹੈ ਮਾਨਸਿਕ ਸਮਰੱਥਾ ਵਿੱਚ ਪਹਿਲਾਂ ਤੋਂ ਮੌਜੂਦ ਅਨੁਭਵਾਂ ਵਿੱਚ ਨਵੇਂ ਅਨੁਭਵ ਮਿਲਾ ਕੇ ਉਹਨਾਂ ਅਨੁਭਵਾਂ ਨੂੰ ਨਵਾਂ ਆਕਾਰ ਦੇਣ ਤੋਂ ਹੈ। ਵਿਅਕਤੀ ਕਿਸੇ ਵਿਸ਼ੇਸ਼ ਸ਼ੈਲੀ ਦੀ ਕਲਪਨਾ ਕਰਦਾ ਹੈ ਜਿਹਦੇ ਵਿੱਚ ਸੰਸਾਰ ਚੱਲ ਰਿਹਾ ਹੈ। ਜੇਕਰ ਚੀਜ਼ਾਂ ਉਸ ਨਿਸ਼ਚਿਤ ਸੰਦਰਭ ਵਿੱਚ ਨਹੀਂ ਚੱਲਦੀਆਂ ਤਾਂ ਵਿਅਕਤੀ ਨੂੰ ਆਪਣੀ ਕਲਪਨਾ ਨੂੰ ਨਵਾਂ ਆਕਾਰ ਦੇਣਾ ਪੈਂਦਾ। ਇਹੀ ਮੇਲ ਮਿਲਾਪ ਹੈ। ਅਤੇ ਸਟ੍ਰੈਟਰਜੀਜ਼ ਕੀ ਹੈਗੀਆਂ ਨੇ ਕੰਸਟਰਕਟਿਵ ਟੀਚਿੰਗ ਦੀਆਂ? ਕੀ ਸਟ੍ਰੈਟਰਜੀ ਹੋਣੀ ਚਾਹੀਦੀ ਹੈ, ਕੀ ਹੁੰਦੀ ਆ? ਦੇਖੋ, ਸੰਰਚਨਾਵਾਦੀ ਸਿੱਖਣ ਸਿਧਾਂਤ ਦੇ ਵਿੱਚ ਅਧਿਆਪਕ ਦੀ ਇੰਪੋਰਟੈਂਟ ਉਹਦਾ ਰੋਲ ਹੁੰਦਾ। ਇਸ ਸਿਧਾਂਤ ਦੇ ਵਿੱਚ ਉਹ ਸਿਰਫ ਭਾਸ਼ਣ ਨਹੀਂ ਦਿੰਦਾ ਬਲਕਿ ਕਾਰਜ ਸੁਵਿਧਾ ਵੀ ਜਿਹੜੀ ਹੈਗੀ ਉਹ ਦਿੰਦਾ ਬੱਚਿਆਂ ਨੂੰ। ਜਦੋਂ ਵਿਦਿਆਰਥੀ ਖੁਦ ਸਮਝਣ ਲੱਗ ਪੈਂਦੇ ਨੇ ਤਾਂ ਅਧਿਆਪਕ ਦੀ ਭੂਮਿਕਾ ਹੁੰਦੀ ਹੈ ਕਿ ਉਹਨਾਂ ਦੀ ਹੈਲਪ ਕਰੇ, ਉਹਨਾਂ ਨੂੰ ਗਾਈਡ ਕਰੇ। ਅਧਿਆਪਕ ਭਾਸ਼ਣ ਤੋਂ ਧਿਆਨ ਨੂੰ ਦੂਰ ਕਰਕੇ ਇਹਨੂੰ ਵਿਦਿਆਰਥੀਆਂ ਅਤੇ ਉਹਨਾਂ ਦੇ ਸਿੱਖਣ ਉੱਤੇ ਕੇਂਦਰਿਤ ਕਰਦਾ ਹੈ। ਸਰੋਤ ਅਤੇ ਪਾਠ ਯੋਜਨਾਵਾਂ ਜਿਹੜੀਆਂ ਕਿ ਇਸ ਸਿੱਖਣ ਸਿਧਾਂਤ ਦੇ ਲਈ ਸ਼ੁਰੂ ਕਰਨੀਆਂ ਜ਼ਰੂਰੀ ਨੇ, ਪਰੰਪਰਾਵਾਦੀ ਸਿੱਖਣ ਵੱਲ ਵੀ ਇੱਕ ਅਲੱਗ ਹੀ ਪਹੁੰਚ ਰੱਖਦੀਆਂ ਹੈਗੀਆਂ ਨੇ। ਕੇਵਲ ਦੱਸਣ ਤੋਂ ਪਹਿਲਾਂ ਅਧਿਆਪਕ ਉਹਨੂੰ ਪੁੱਛਣਾ ਵੀ ਚਾਹੀਦਾ। ਪਾਠਕ੍ਰਮ ਨਾਲ ਰਿਲੇਟਡ ਕੁਐਸਚਨ ਆਨਸਰ ਉਹਨੂੰ ਕਰਨੇ ਚਾਹੀਦੇ ਨੇ ਸਿੱਟੇ 'ਤੇ, ਤਾਂ ਜੋ ਸਟੂਡੈਂਟਸ ਖੁਦ ਪਹੁੰਚਣ। ਅਧਿਆਪਕ ਵਿਦਿਆਰਥੀਆਂ ਨਾਲ ਲਗਾਤਾਰ ਉਸ ਵਿਸ਼ੇ 'ਤੇ ਗੱਲਬਾਤ ਕਰੇ, ਉਹਨਾਂ ਵਿੱਚ ਅਨੁਭਵ ਪੈਦਾ ਕਰੇ, ਨਵੀਂ ਦਿਸ਼ਾ ਦਿਖਾਵੇ ਉਹਨਾਂ ਨੂੰ।
ਅਧਿਆਪਕ ਨੂੰ ਪਿਆਜੇ ਦੇ ਰਚਨਾਤਮਕਵਾਦ ਸਿਧਾਂਤ ਦਾ ਪਾਲਣ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਅਤੇ ਚਿੰਤਕ ਬਣਾਉਣਾ ਜਿਹੜਾ ਹੈਗਾ ਉਹਦਾ ਮੇਨ ਮਕਸਦ ਹੋਣਾ ਚਾਹੀਦਾ। ਅਤੇ ਇਹਦੀਆਂ ਵਿਸ਼ੇਸ਼ਤਾਵਾਂ ਕੀ ਹੈਗੀਆਂ ਨੇ? ਇਹਦੀਆਂ ਵਿਸ਼ੇਸ਼ਤਾਵਾਂ ਇਹ ਹੈਗੀਆਂ ਨੇ ਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਟੀਚਿੰਗ ਜਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਵਿੱਚ ਬੱਚੇ ਜ਼ਿਆਦਾ ਐਕਟਿਵ ਹੁੰਦੇ ਨੇ। ਕਲਾਸ ਦੇ ਵਿੱਚ ਲੋਕਤੰਤਰੀ ਵਾਤਾਵਰਨ ਹੁੰਦਾ ਕਿਉਂਕਿ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਂਦੇ ਨੇ। ਗਤੀਵਿਧੀਆਂ ਵਿਦਿਆਰਥੀ ਕੇਂਦਰ ਅਤੇ ਪਰਸਪਰ ਹੁੰਦੀਆਂ ਨੇ। ਅਧਿਆਪਕ ਸਿੱਖਣ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਂਦਾ, ਉਹ ਉਹਨੂੰ ਇਹੋ ਜਿਹੇ ਮੌਕੇ ਪੈਦਾ ਕਰਦਾ ਤਾਂ ਜੋ ਬੱਚੇ ਪ੍ਰਭਾਵਿਤ ਹੋਣ। ਅੱਛਾ, ਕੁਛ ਇਹਦੇ ਸਿਧਾਂਤ ਹੈਗੇ ਨੇ, 5 ਇਹਦੇ ਸਿਧਾਂਤ ਨੇ ਰਚਨਾਵਾਦ ਦੇ, ਕਿ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਉਹਨਾਂ ਵਿੱਚ ਰੁਚੀ ਪੈਦਾ ਕੀਤੀ ਜਾਵੇ। ਇੱਕ ਤਾਂ ਉਹਨਾਂ ਦੇ ਜਿਹੜਾ ਪ੍ਰਾਇਮਰੀ ਸੰਕਲਪਾਂ ਦੇ ਮੁਤਾਬਿਕ ਹੀ ਜਿਹੜਾ ਹੈਗਾ ਸਿੱਖਣ ਦੀ ਸੰਰਚਨਾ ਬਣਾਈ ਜਾਵੇ। ਮੁੱਲਾਂ ਨੂੰ ਵਿਦਿਆਰਥੀਆਂ ਦੀ ਨਜ਼ਰ ਦੇ ਨਾਲ ਦੇਖਣਾ ਕਿ ਉਹ ਕਿਸ ਤਰ੍ਹਾਂ ਫੀਲ ਕਰਦੇ ਨੇ, ਕੀ ਸੋਚਦੇ ਨੇ। ਵਿਦਿਆਰਥੀਆਂ ਦੇ ਅਨੁਮਾਨ ਦੇ ਅਨੁਸਾਰ ਨਿਰਦੇਸ਼ ਦੇਣ ਦੀ ਚੋਣ। ਵਿਦਿਆਰਥੀਆਂ ਦੇ ਸਿੱਖਣ ਨੂੰ ਅਧਿਆਪਨ ਦੇ ਸੰਦਰਭ ਵਿੱਚ ਨਿਰਧਾਰਿਤ ਕਰਨਾ। ਅਤੇ ਜੇ ਅਸੀਂ ਗੱਲ ਕਰੀਏ ਟਰਡੀਸ਼ਨਲ ਕਲਾਸਰੂਮ ਵਰਸਸ ਕੰਸਟਰਕਟਿਵ ਕਲਾਸਰੂਮ, ਮਤਲਬ ਜਿਹੜੇ ਪਰੰਪਰਾਵਾਦੀ ਕਲਾਸਰੂਮ ਸੀਗੇ ਅਤੇ ਜਿਹੜੇ ਇਹ ਰਚਨਾਵਾਦੀ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਕਲਾਸਰੂਮ, ਦੋਨਾਂ 'ਚ ਫਰਕ ਕੀ ਆ? ਪਹਿਲਾਂ ਤਾਂ ਦੇਖੋ, ਜਿਹੜਾ ਟਰਡੀਸ਼ਨਲ ਕਲਾਸਰੂਮ ਹੁੰਦਾ ਹੈ ਨਾ, ਉਹ ਸਿਰਫ ਸਕਿੱਲ ਦੇ ਉੱਪਰ ਜ਼ੋਰ ਦਿੰਦਾ ਹੈ, ਪਰ ਜਿਹੜਾ ਕੰਸਟਰਕਟਿਵ ਹੁੰਦਾ ਉਹ ਪੂਰਨਤਾ ਤੋਂ ਸ਼ੁਰੂ ਹੋ ਕੇ ਹਿੱਸਿਆਂ ਤੱਕ ਫੈਲਦਾ ਹੈ। ਜੇ ਅਸੀਂ ਪਾਠਕ੍ਰਮ ਦੀ ਗੱਲ ਕਰੀਏ ਤਾਂ ਟਰਡੀਸ਼ਨਲ ਦੇ ਵਿੱਚ ਉਹਨਾਂ ਦਾ ਨਿਸ਼ਚਿਤ ਪਾਠਕ੍ਰਮ ਹੁੰਦਾ, ਪਰ ਕੰਸਟਰਕਟਿਵ ਕਲਾਸਰੂਮ ਦੇ ਵਿੱਚ ਵਿਦਿਆਰਥੀਆਂ ਦੇ ਪ੍ਰਸ਼ਨ ਜਿਹੜੇ ਹੈਗੇ ਨੇ ਉਹ ਰੁਚੀ ਦੇ ਅਕੋਰਡਿੰਗ ਅਸੀਂ ਪੁੱਟ ਕਰਦੇ ਹਾਂ। ਜੇ ਅਸੀਂ ਅਧਿਐਨ ਸਮੱਗਰੀ ਦੀ ਗੱਲ ਕਰੀਏ ਤਾਂ ਟਰਡੀਸ਼ਨਲ ਕਲਾਸਰੂਮ ਦੇ ਵਿੱਚ ਪਾਠ ਪੁਸਤਕਾਂ ਅਤੇ ਅਭਿਆਸ ਪੁਸਤਕਾਂ ਹੁੰਦੀਆਂ ਨੇ, ਪਰ ਕੰਸਟਰਕਟਿਵ ਕਲਾਸਰੂਮ ਦੇ ਵਿੱਚ ਮੁੱਢਲੇ ਸਰੋਤ ਹੱਥਾਂ ਨਾਲ ਕਰਕੇ ਦੇਖਣ ਅਤੇ ਸਿੱਖਣ ਵਾਲੀ ਸਮੱਗਰੀ ਜਿਹੜੀ ਹੈਗੀ ਉਹ ਹੁੰਦੀ ਹੈ। ਰਿਲੇਸ਼ਨ ਜੇ ਆਪਾਂ ਟੀਚਰ ਅਤੇ ਸਟੂਡੈਂਟ ਦਾ ਦੇਖੀਏ ਤਾਂ ਟਰਡੀਸ਼ਨਲ ਦੇ ਵਿੱਚ ਹੁੰਦਾ ਕਿ ਅਧਿਆਪਕ ਉਹਨਾਂ ਨੂੰ ਆਦੇਸ਼ ਦਿੰਦਾ ਅਤੇ ਬੱਚੇ ਉਹਨੂੰ ਉਹਦੇ ਅਕੋਰਡਿੰਗ ਕੰਮ ਕਰਦੇ ਨੇ, ਪਰ ਕੰਸਟਰਕਟਿਵ ਕਲਾਸਰੂਮ ਦੇ ਵਿੱਚ ਵਿਦਿਆਰਥੀ ਦੀ ਪੂਰਵ ਜਾਣਕਾਰੀ ਦੇ ਆਧਾਰ 'ਤੇ ਨਵਾਂ ਗਿਆਨ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਅਸੀਂ ਟੀਚਰ ਦੇ ਰੋਲ ਦੀ ਗੱਲ ਕਰੀਏ ਤਾਂ ਟਰਡੀਸ਼ਨਲ ਕਲਾਸਰੂਮ ਦੇ ਵਿੱਚ ਉਹ ਸਿਰਫ ਇੱਕ ਨਿਰਦੇਸ਼ ਦਿੰਦਾ ਅਤੇ ਉਹਦਾ ਅਧਿਕਾਰ ਹੁੰਦਾ ਹੈ, ਪਰ ਕੰਸਟਰਕਟਿਵ ਕਲਾਸਰੂਮ ਦੇ ਵਿੱਚ ਵਿਦਿਆਰਥੀਆਂ ਨੂੰ ਉਹਦੀ ਅੰਤਰ ਕਿਰਿਆ ਹੁੰਦੀ ਹੈ। ਜੇ ਅਸੀਂ ਗਿਆਨ ਦੀ ਗੱਲ ਕਰੀਏ ਤਾਂ ਟਰਡੀਸ਼ਨਲ ਕਲਾਸਰੂਮ ਦੇ ਵਿੱਚ ਗਿਆਨ ਨੂੰ ਬਦਲਿਆ ਨਹੀਂ ਜਾ ਸਕਦਾ, ਜੋ ਹੁੰਦਾ ਉਹ ਹੀ ਦੂਜਿਆਂ ਤੱਕ ਪਹੁੰਚਾਇਆ ਜਾਂਦਾ, ਪਰ ਕੰਸਟਰਕਟਿਵ ਕਲਾਸਰੂਮ ਦੇ ਵਿੱਚ ਗਿਆਨ ਗਤੀਸ਼ੀਲ ਹੁੰਦਾ, ਇਹ ਅਨੁਭਵ ਦੇ ਨਾਲ ਚੇਂਜ ਹੋ ਜਾਂਦਾ। ਜੇ ਅਸੀਂ ਇਵੈਲੂਏਸ਼ਨ ਦੀ ਗੱਲ ਕਰੀਏ ਟਰਡੀਸ਼ਨਲ ਕਲਾਸਰੂਮ ਦੇ ਵਿੱਚ ਟੈਸਟ ਲੈਂਦੇ ਹਾਂ, ਪੇਪਰ ਲੈਂਦੇ ਹਾਂ, ਹੈ ਨਾ, ਪਰ ਅਗਲੀ ਸਾਈਡ ਅਸੀਂ ਜਿਹੜਾ ਹੈਗਾ ਕੰਸਟਰਕਟਿਵ ਕਲਾਸਰੂਮ ਦੇ ਵਿੱਚ ਅਸੀਂ ਨਿਰੀਖਣ ਕਰਦੇ ਹਾਂ, ਦ੍ਰਿਸ਼ਟੀਕੋਣ ਦੇਖਦੇ ਹਾਂ ਕਿ ਕੀ ਨਿਕਲ ਕੇ ਆਇਆ ਸਾਹਮਣੇ। ਅਤੇ ਜੇ ਦੋਨਾਂ ਦੀ ਅੰਤਰ ਕਿਰਿਆ ਦੇਖੀ ਜਾਵੇ ਵਿਦਿਆਰਥੀਆਂ ਦੀ, ਤਾਂ ਟਰਡੀਸ਼ਨਲ ਕਲਾਸਰੂਮ ਦੇ ਵਿੱਚ ਵਿਦਿਆਰਥੀ ਜਿਹੜੇ ਵਿਅਕਤੀਗਤ ਤੌਰ 'ਤੇ ਕੰਮ ਕਰਦੇ ਨੇ, ਪਰ ਕੰਸਟਰਕਟਿਵ ਕਲਾਸਰੂਮ ਦੇ ਵਿੱਚ ਉਹ ਗਰੁੱਪਸ ਦੇ ਵਿੱਚ ਕੰਮ ਕਰਦੇ ਨੇ। ਬੇਟੇ ਇਹਨੂੰ ਸਾਰਿਆਂ ਨੇ ਚੰਗੀ ਤਰ੍ਹਾਂ ਰੀਡ ਕਰਨਾ ਤਾਂ ਜੋ ਕੱਲ੍ਹ ਨੂੰ ਅਸੀਂ ਅਗਲਾ ਜਿਹੜਾ ਟੌਪਿਕ ਉਹ ਕਰੀਏ। ਥੈਂਕ ਯੂ।